ਹਾਂਜੀ ਬਾਈ ਜੀ, ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਤੇ ਮੇਰੀਆਂ ਭੈਣਾਂ ਨੂੰ। ਕਿੱਦਾਂ ਸਾਰੇ ਠੀਕ ਠਾਕ ਹੋ? ਮੈਂ ਕੋਡਾ ਜਾ ਖੜਿਆ ਕਿਤੇ ਮੈਨੂੰ ਉਂਗਲ ਦਾ ਜੇ ਕੋਈ ਪਿੱਛੋਂ ਹੈ ਤਾਂ ਨਹੀਂ ਕੋਈ ਜੜ ਤੇ ਹੋਰ ਸਾਰੇ ਠੀਕ ਠਾਕ ਹੋ। ਬੜੇ ਟਾਈਮ ਬਾਅਦ ਆਇਆ ਕਿਉਂਕਿ ਆਪਾਂ ਪਤਾ ਕੀ ਹੁੰਦਾ ਹੈ, ਪਹਿਲਾਂ ਤਾਂ ਮੈਂ ਸਾਰੇ ਵੀਰਾਂ ਨੂੰ ਕਹਿਣਾ ਚਾਹੁੰਦਾ ਕਿ ਸਾਰੇ ਹੱਸਦੇ ਵਸਦੇ ਰਹੋ, ਨਜ਼ਾਰੇ ਲਿਆ ਕਰੋ ਜ਼ਿੰਦਗੀ ਤੇ। ਜ਼ਿੰਦਗੀ ਇੱਕ ਮਿਲੀ ਹੈ, ਜਿਹਦੇ ਕੋਲ ਖੁੱਲ੍ਹਾ ਪੈਸਾ ਉਹ ਵੀ ਡਾਓ, ਜਿਹਦੇ ਕੋਲ ਨਹੀਂ ਹੈਗਾ ਉਹ ਵੀ ਡਾਓ, ਕੋਈ ਚੱਕਰ ਨਹੀਂ ਹੈਗਾ। ਪਰ ਦੁਖੀ ਨਹੀਂ ਹੋਣਾ, ਐਸ਼ ਕਰਿਆ ਕਰੋ ਜ਼ਿੰਦਗੀ 'ਚ। ਇੱਕ ਮੈਂ ਹੋਰ ਦੱਸਦਾ ਕਿ ਜਿਹੜੀ ਮੈਂ ਕੋਈ ਵੀਡੀਓ ਬਣਾਉਣਾ ਬਾਈ, ਮੈਨੂੰ ਕੋਈ ਤੁਹਾਨੂੰ ਵੀ ਪਤਾ ਲੱਗ ਗਿਆ ਹੋਣਾ, ਕੋਈ ਮੈਨੂੰ ਐਡਾ ਕੋਈ ਪੈਸੇ ਪੂਸੇ ਦਾ ਲਾਲਚ ਨਹੀਂ ਕਿ YouTube ਤੋਂ ਪੈਸੇ ਬਣਨ ਜਾਓ ਬਣਨ, ਮੈਨੂੰ ਕੋਈ ਟੈਨਸ਼ਨ ਨਹੀਂ ਚੀਜ਼ ਦੀ ਹੈਗੀ। ਮੇਰਾ ਤਾਂ ਜਿੰਨੇ ਕੁ ਪੈਸੇ ਆਉਂਦੇ ਨੇ ਮੈਂ ਉਰੀ ਖਾ ਖੂ ਲੈਣਾ, ਆਪਾਂ ਕਿਹੜਾ ਘਰੇ ਭੇਜਣੇ ਨੇ। ਅਤੇ ਮੈਨੂੰ ਕੋਈ ਟੈਨਸ਼ਨ ਨਹੀਂ, ਤਾਂ ਹੀ ਮੈਂ ਵੀਡੀਓ ਬਹੁਤ ਉਸ ਚੀਜ਼ ਦੀ ਵੀਡੀਓ ਪਾਉਣਾ ਬਾਈ ਮੈਂ, ਜੇ ਨੌਲੇਜ ਸਹੀ ਹੋਊਗੀ। ਐਂ ਉਰੇ ਯੂਟਿਊਬਰ ਬਹੁਤ ਬਣੇ ਫਿਰਦੇ ਨੇ, ਦੇ ਭਕਾਈ ਲੈ ਭਕਾਈ, ਉੱਤੇ ਟਾਈਟਲ ਕੁਛ ਹੋਰ ਪਾ ਦਿੰਦੇ ਨੇ, ਵਿੱਚ ਕੁਛ ਹੋਰ ਹੁੰਦਾ ਵੀਡੀਓ ਦੇ। ਭਕਾਈ ਮਾਰਨ ਦਾ ਕੰਮ ਹੈ ਕਿ ਵਿਊ ਆ ਜਾਂਦੇ ਨੇ, ਤੁਸੀਂ ਟਾਈਟਲ ਪੜ੍ਹ ਕੇ ਓਕੇ ਕਰ ਦੇਣਾ, ਉਹਨੂੰ ਵਿਊ ਆ ਜਾਂਦਾ, ਇੱਕ ਵਿਊ ਆ ਗਿਆ ਅਤੇ ਬਸ ਉਹਦੇ ਪੈਸੇ ਬਣ ਗਏ ਅਤੇ ਆਪਾਂ ਨੂੰ ਇੱਦਾਂ ਦਾ ਕੰਮ ਨਹੀਂ। ਆਪਾਂ ਜੇ ਕੋਈ ਵੀਡੀਓ ਪਾਉਣੀ ਆਪਣੀ, ਜੇ ਮੇਰਾ ਮਨ ਕਰਦਾ ਤਾਂ ਮੈਂ ਪਾਉਣਾ ਕਿ ਹਾਂ ਇਹ ਚੀਜ਼ ਮੈਨੂੰ ਦੱਸਣੀ ਚਾਹੀਦੀ ਹੈ ਸਾਰਿਆਂ ਨੂੰ। ਤਾਂ ਅੱਜ ਮੈਂ ਕਿਹਾ ਕਾਫੀ ਟਾਈਮ ਹੋ ਗਿਆ ਵੀਡੀਓ ਨੇ ਪਾਈ, ਤੁਹਾਡੇ ਵੀ ਨਹੀਂ ਕਮੈਂਟ ਪੜ੍ਹੇ ਕਾਫੀ ਟਾਈਮ ਹੋ ਗਿਆ। ਅਤੇ ਵਿੱਚ ਕਈ ਵਿੱਚ ਗਲਤ ਵੀ ਬੋਲਦੇ ਨੇ, ਵਿੱਚ ਬਾਈ ਬਹੁਤ ਪਿਆਰ ਵੀ ਕਰਦੇ ਨੇ, ਸਹੀ ਵੀ ਨੇ ਵੀਰੇ ਸਾਰੇ, ਅਤੇ ਨਜ਼ਾਰੇ ਲੈਂਦੇ ਨੇ। ਅਤੇ ਕਈ ਵੀਰ ਪੁੱਛਦੇ ਨੇ ਵੀ ਤੇਰੇ ਲਾਇਸੈਂਸ ਦਾ ਕੀ ਬਣਿਆ। ਹਾਂਜੀ, ਮੇਰਾ ਇੱਕ ਲਾਇਸੈਂਸ ਆ ਗਿਆ ਜੀ ਟਰਾਲੇ ਦਾ ਬਣ ਕੇ, ਇੱਕ ਆਇਆ ਹਜੇ। ਇੱਕ ਦਾ ਮਤਲਬ C ਕੈਟਾਗਰੀ ਦਾ ਆਇਆ ਹਲੇ, C1 ਦਾ। ਉਹਦੇ ਵਿੱਚ ਆਪਾਂ ਛੋਟਾ ਟਰਾਲਾ ਚਲਾ ਸਕਦਾ ਮੈਂ, ਜਿੱਦਾਂ ਉਹ ਨਹੀਂ ਚਲਾ ਸਕਦਾ ਵੱਡਾ ਰਿਵੋਕ ਪਾ ਕੇ, ਜਿੱਦਾਂ ਟਰਾਲੀ ਬੱਚੇ ਘੋੜਾ ਨਹੀਂ ਕਹਿੰਦੇ ਆਪਾਂ ਜਿਵੇਂ ਇੰਡੀਆ, ਉਹ ਨਹੀਂ ਪਾ ਕੇ ਚਲਾ ਸਕਦਾ ਜਿਹੜਾ ਨਾਲ ਜੁੜਿਆ ਹੁੰਦਾ ਉਹ ਚਲਾ ਸਕਦਾ ਪੂਰੇ ਦਾ ਪੂਰਾ। ਅਤੇ ਹਜੇ ਦੂਜਾ ਮੈਂ ਕਰੂੰਗਾ, ਉਹਦੇ ਵਾਸਤੇ ਟਾਈਮ ਲੱਗਣਾ ਹਜੇ, ਫੀਸ ਵੀ ਭਰੀ ਹੋਈ ਆ, ਸਾਰਾ ਕੁਛ ਕਰਨਾ ਹਜੇ, ਪਰ ਟਾਈਮ ਲੱਗਣਾ ਉਹਦੇ ਵਾਸਤੇ ਹਜੇ। ਤਾਂ ਬਾਕੀ ਇੱਕ ਵੀਰ ਪੁੱਛਦਾ ਸੀ ਕਿ ਦੁਬਈ ਤੋਂ ਬਾਈ ਜੀ ਕਿ ਜਿਹੜਾ ਮੇਰੇ ਕੋਲ ਆਹ ਲਾਇਸੈਂਸ ਹੈਗੇ ਨੇ C ਕੈਟਾਗਰੀ ਦਾ, A ਕੈਟਾਗਰੀ ਦੇ ਲਾਇਸੈਂਸ ਹੈਗੇ ਬਾਈ ਜੀ, ਤੁਹਾਡੇ ਕੋਲ ਕਿਹੜੀ ਵੀ ਕੈਟਾਗਰੀ ਦਾ ਲਾਇਸੈਂਸ ਹੈਗਾ ਦੁਬਈ ਦੇ ਵਿੱਚ, ਤਾਂ ਤੁਸੀਂ ਉਰੇ ਚੇਂਜ ਕਰਾਉਣ ਤਾਂ ਤੁਹਾਨੂੰ ਪਹਿਲੀ ਵਾਰ ਗੱਡੀ ਦਾ ਲਾਇਸੈਂਸ ਹੀ ਦਿੰਦਾ ਪੁਰਤਗਾਲ ਜ਼ਿਆਦਾਤਰ ਪੁਰਤਗਾਲ ਨੇ ਕੀਤਾ ਹੈ ਕਿ ਗੱਡੀ ਦਾ ਹੀ ਕਾਰਡ ਚੇਂਜ ਕਰਕੇ ਦੇਣਾ ਤੁਹਾਨੂੰ, ਜਿਹੜਾ ਲਾਇਸੈਂਸ ਹੁੰਦਾ ਆਪਣਾ ਗੱਡੀ ਦੇ ਦੇਣਾ ਤੁਹਾਨੂੰ, ਉਹ ਤੋਂ ਵੱਡਾ ਨਹੀਂ ਦੇ ਸਕਦੇ ਉਸ ਤੋਂ ਬਾਅਦ ਜੇ ਤੁਸੀਂ ਟਰਾਲੇ ਦਾ ਲੈਣਾ ਤਾਂ ਤੁਹਾਨੂੰ ਸਕੂਲ ਕਰਨਾ ਪੈਣਾ ਆਮ ਕਰਕੇ। ਹੁਣ ਕਈ ਵੀਰ ਪੁੱਛਦੇ ਨੇ ਵੀ ਬਾਈ ਜੀ ਅਮਰੀਕਾ ਦਾ ਕੀ ਹਿਸਾਬ ਕਿਤਾਬ ਆ ਪੁਰਤਗਾਲ ਤੋਂ, ਅਤੇ ਪੁਰਤਗਾਲ ਤੋਂ ਅਮਰੀਕਾ ਦਾ ਬਾਈ ਜੀ ਇੱਥੇ ਏਜੰਟ ਨੇ ਜਿਹੜੇ ਡੌਂਕੀ ਲਵਾਉਂਦੇ ਨੇ ਸਪੇਨ ਤੋਂ, ਜਾਂ ਸਪੇਨ ਤੋਂ ਮੈਕਸੀਕੋ ਭੇਜਦੇ ਨੇ ਕਾਰਡ ਦੇ ਉੱਪਰ ਆਪਣੇ ਪੁਰਤਗਾਲ ਦੇ ਕਾਰਡ ਤੋਂ, ਉੱਥੋਂ ਫਿਰ ਲੈ ਜਾਂਦੇ ਨੇ। ਉਹਦੇ ਲਈ ਵੀ ਖਰਚਾ 13-14 ਲੱਖ ਰੁਪਇਆ ਹੈਗਾ ਮੁੰਡੇ ਦੱਸਦੇ ਨੇ ਕਿ 13-14 ਲੱਖ ਰੁਪਇਆ ਲੱਗਦਾ ਜਿਹੜਾ ਪੁਰਤਗਾਲ ਤੋਂ ਅਮਰੀਕਾ ਦਾ। ਪਰ ਜੇ ਤੁਸੀਂ ਜੇ ਇਹਦੇ ਵਿੱਚ ਵੀ ਤੁਹਾਡੀ ਨੁਕਸਾਨ ਵੀ ਹੈ ਅਤੇ ਫਾਇਦਾ ਵੀ ਹੈ। ਜੇ ਤੁਸੀਂ ਪੈਸਾ ਕਮਾਉਣਾ ਚਾਹੁੰਦੇ, ਤੁਸੀਂ ਪੁਰਤਗਾਲ ਦਾ ਕਾਰਡ ਲੈ ਕੇ ਅਮਰੀਕਾ ਜਾਓਗੇ ਤਾਂ ਫਾਇਦਾ ਵੀ ਇਸ ਗੱਲ ਦਾ ਕਿ ਤੁਹਾਨੂੰ ਪੈਸਾ ਬਣੂਗਾ, ਤੁਹਾਡੀ ਫੈਮਿਲੀ ਖੁਸ਼ੀ ਵਸੂਗੀ ਵਧੀਆ ਖੁਸ਼ ਰਹੋਗੇ, ਕਿਉਂਕਿ ਪੁਰਤਗਾਲ ਦੇ ਵਿੱਚ ਇੰਨਾ ਪੈਸਾ ਨਹੀਂ ਹੈਗਾ ਪਰ ਅਮਰੀਕਾ 'ਚ ਪੈਸਾ ਹੈਗਾ ਪਰ ਤੁਸੀਂ ਅਲੀਗਲ ਹੋ ਜਾਓਗੇ ਉੱਥੇ, ਤੁਹਾਨੂੰ ਉਸ ਤੋਂ ਬਾਅਦ ਪੁਰਤਗਾਲ ਨੇ ਪੇਪਰ ਨਹੀਂ ਦੇਣੇ, ਤੁਸੀਂ ਇੱਕ ਵਾਰ ਅਮਰੀਕਾ ਚੱਲ ਗਏ। ਅਤੇ ਇਸ ਨਾਲ ਥੋੜ੍ਹਾ ਜਿਹਾ ਉਹ ਹੋ ਜਾਂਦਾ ਵੀ ਕਿ ਜੇ ਤੁਸੀਂ ਅਮਰੀਕਾ ਪੈਸਾ ਕਮਾ ਸਕਦੇ ਹੋ ਪਰ ਤੁਸੀਂ ਇਲੀਗਲ ਹੋ ਸਕਦੇ ਹੋ ਫਿਰ ਪੁਰਤਗਾਲ ਕੋਲ ਤੁਹਾਡਾ ਪੱਤਾ ਕੱਟ ਜਾਣਾ, ਨਾ ਤੁਸੀਂ ਯੂਰਪ 'ਚ ਮੁੜ ਕੇ ਐਂਟਰ ਹੋ ਸਕਦੇ, ਨਾ ਤੁਸੀਂ ਇੰਡੀਆ ਜਾ ਸਕਦੇ। ਪਰ ਪੁਰਤਗਾਲ ਦੇ ਵਿੱਚ ਇਹ ਹੈ ਕਿ ਜੇ ਤੁਸੀਂ ਪੁਰਤਗਾਲ ਦੇ ਵਿੱਚ ਇੱਕ ਵਾਰ ਵੀ ਕਾਰਡ ਲੈ ਚੁੱਕੇ ਹੋ, ਪੁਰਤਗਾਲ ਦਾ ਪਹਿਲਾ ਸਾਲ ਦਾ ਕਾਰਡ ਲੈ ਲਿਓ ਜਿਹੜਾ ਹੁਣ 2 ਸਾਲ ਦਾ ਮਿਲਦਾ, ਫਿਰ ਤੁਸੀਂ ਆਰਾਮ ਨਾਲ ਤੁਹਾਡੇ ਕੋਲ ਪੇਪਰ ਆ ਗਏ, ਤੁਹਾਡੀ ਜ਼ਿੰਦਗੀ ਬਣ ਗਈ। ਇੱਕ ਵਾਰ ਤੁਸੀਂ ਜਿਵੇਂ ਮਰਜ਼ੀ ਇੰਡੀਆ ਗੇੜਾ ਮਾਰੋ, ਪੁਰਤਗਾਲ ਤੁਹਾਨੂੰ ਨਹੀਂ ਰੋਕੂਗਾ। ਤੁਸੀਂ ਜਰਮਨ ਜਾਓ, ਫਰਾਂਸ ਜਾਓ, ਯੂਰਪ ਦੇ ਵਿੱਚ ਜਿੱਥੇ ਮਰਜ਼ੀ ਜਾਓ ਘੁੰਮਣ ਫਿਰਨ, ਤੁਹਾਨੂੰ ਪੁਰਤਗਾਲ ਨਹੀਂ ਰੋਕਦਾ। ਬਟ ਜੇ ਤੁਸੀਂ ਪੈਸਾ ਵੀ ਬਣਾਉਣਾ ਤਾਂ ਤੁਸੀਂ ਯੂਰਪ, ਜਿਵੇਂ ਤੁਸੀਂ ਪੁਰਤਗਾਲ ਦੇ ਵਿੱਚ ਤੁਹਾਡਾ 2 ਸਾਲ ਦਾ ਕਾਰਡ ਆ ਗਿਆ ਮੰਨ ਕੇ ਚੱਲੋ, ਤਾਂ ਤੁਹਾਨੂੰ 2 ਸਾਲ ਦੇ ਕਾਰਡ ਦੇ ਵਿੱਚ ਜਦੋਂ ਤੁਸੀਂ ਅਗਲੇ ਰੀਨਿਊ ਕਰਵਾਉਣਾ ਆਪਣਾ ਕਾਰਡ, ਤਾਂ ਉਹਦੇ ਲਈ ਤੁਹਾਨੂੰ 1 ਸਾਲ ਦਾ ਟੈਕਸ ਚਾਹੀਦਾ ਘੱਟੋ ਘੱਟ, 1 ਸਾਲ ਦਾ ਚੱਲ ਜਾਂਦਾ ਹੈ ਤਾਂ ਤੁਸੀਂ 1 ਸਾਲ ਕਿਤੇ ਇਲੀਗਲ ਬਾਹਰ ਲਾ ਸਕਦੇ ਹੋ, ਜਿਵੇਂ ਜਰਮਨ, ਫਰਾਂਸ, ਕਿਤੇ ਵੀ ਕੰਮ ਲੱਭ ਕੇ ਚੋਰੀਆਂ ਲਾ ਸਕਦੇ ਹੋ, ਕੋਈ ਫੜਤ ਨਹੀਂ ਹੈਗੀ, ਕੋਈ ਨਹੀਂ ਫੜਦਾ ਉੱਥੋਂ ਪੈਸੇ ਕਮਾਓ। ਅਤੇ ਜੇ 1 ਸਾਲ ਤੁਸੀਂ ਉੱਥੇ ਲਾ ਲਿਆ ਚੋਰੀਆਂ, ਅਤੇ ਉਰੇ ਆ ਕੇ ਆਪਣਾ ਰੀਨਿਊ ਦੁਬਾਰਾ ਕਰਾ ਲਓ, ਆ ਕੇ ਟੈਕਸ ਭਰ ਦਿਓ, ਉਰੇ ਕੰਮ ਲੱਭ ਲਓ। ਇਹ ਗੱਲ ਵੀ ਹੋ ਸਕਦੀ ਜਿਹਨੇ ਪੈਸੇ ਕਮਾਉਣੇ ਨੇ, ਠੀਕ ਹੈ ਜੀ। ਅਤੇ ਹੋਰ ਵੀ ਬਹੁਤ ਸਵਾਲ ਜਵਾਬ ਨੇ ਬਾਈਆਂ ਦੇ ਕਿ ਕਿਹੜੀ ਕੰਟਰੀ ਕਿੱਦਾਂ ਦੀ। ਜੇ ਚੈੱਕ ਰਿਪਬਲਿਕ ਬਾਰੇ ਪੁੱਛਦੇ ਹੋ ਤਾਂ ਚੈੱਕ ਰਿਪਬਲਿਕ ਕੰਟਰੀ ਇੱਦਾਂ ਦੀ ਹੈ ਬਾਈ ਕਿ ਉਹਦੇ ਵਿੱਚ ਸਿਰਫ ਟੂਰਿਸਟ ਹੀ ਜਾਂਦੇ ਨੇ, ਆਪਣੇ ਪੰਜਾਬੀ ਨਹੀਂ ਕੰਮ ਕਰਦੇ ਉੱਥੇ, ਕਿਉਂਕਿ ਉੱਥੇ ਇੱਕ ਤਾਂ ਜਿਹੜੀ ਕਰੰਸੀ ਆ ਉਹ ਚੇਂਜ ਹੈ, ਉਹ ਯੂਰੋ ਨਹੀਂ ਚੱਲਦਾ ਚੈੱਕ ਰਿਪਬਲਿਕ ਦੇ ਵਿੱਚ, ਉਹਦੀ ਕਰੰਸੀ ਬਹੁਤ ਡਾਊਨ ਹੈ ਅਤੇ ਯੂਰੋ ਦੇ ਮੁਕਾਬਲੇ ਦੇ ਵਿੱਚ। ਅਤੇ ਪਰ ਉੱਥੇ ਕੰਮਕਾਰ ਵੀ ਵਧੀਆ ਨਹੀਂ ਮਿਲਦੇ ਕਿਉਂਕਿ ਉਹ ਟੂਰਿਸਟ ਕੰਟਰੀ ਹੈ, ਘੁੰਮਣ ਫਿਰਨ ਵਾਸਤੇ ਹੈ ਜ਼ਿਆਦਾਤਰ। ਜੇ ਤੁਸੀਂ ਫਰੈਂਕਫਰਟ ਜਿਵੇਂ ਜਰਮਨੀ ਜਾਂਦੇ ਹੋ, ਜਾਂ ਫਿਰ ਤੁਸੀਂ ਲਗਜ਼ਮਬਰਗ ਜਾਂਦੇ ਹੋ, ਇਹ ਕੰਟਰੀ ਦੇ ਵਿੱਚ ਕੰਮ ਵੀ ਵਧੀਆ ਅਤੇ ਪੈਸਾ ਵੀ ਵਧੀਆ ਬਣਦਾ। ਅਤੇ ਜਰਮਨ ਦੇ ਵਿੱਚ ਇਸ ਟਾਈਮ ਦੇ ਵਿੱਚ ਮੁੰਡੇ 1800 ਯੂਰੋ ਜਾਂ 2500 ਯੂਰੋ, ਕੰਮ 'ਤੇ ਡਿਪੈਂਡ ਕਰਦਾ ਇੰਨੇ ਪੈਸੇ ਕਮਾ ਰਹੇ ਨੇ ਆਮ ਹੀ ਜੇ ਇਹਨਾਂ ਕੋਲ ਪੇਪਰ ਹੈਗੇ ਨੇ ਨਹੀਂ ਹੈਗੇ ਕੋਈ ਚੱਕਰ ਨਹੀਂ ਹੈਗਾ।
ਤੇ ਪੈਸਾ ਜਿਵੇਂ ਹੁਣ ਸਵਿਟਜ਼ਰਲੈਂਡ ਦੇ ਵਿੱਚ ਥੋੜੀ ਜਿਹੀ ਮਹਿੰਗਾਈ ਬਹੁਤ ਹੈ ਸਵਿਟਜ਼ਰਲੈਂਡ ਦੇ ਵਿੱਚ, ਪਰ ਪੈਸਾ ਬਹੁਤ ਵਧੀਆ ਬਣਦਾ ਹੈ। ਆਸਟਰੀਆ ਹੋ ਗਿਆ, ਆਸਟਰੀਆ ਦੇ ਵਿੱਚ ਪੈਸਾ ਬਹੁਤ ਜ਼ਿਆਦਾ ਵਧੀਆ ਬਣਦਾ ਹੈ। ਇਹ ਕੰਟਰੀ ਦੇ ਵਿੱਚ ਪੈਸਾ ਬਣਦਾ, ਪਰ ਪੇਪਰਾਂ ਦਾ ਬਹੁਤ ਗੱਲਬਾਤ ਨਹੀਂ ਹੈਗੀ, ਕਿਉਂਕਿ ਇਸ ਟਾਈਮ ਦੇ ਵਿੱਚ ਜੇ ਤੁਸੀਂ ਦੇਖਿਆ ਜਾਵੇ, ਜੇ ਮੇਰੇ ਯਕੀਨ ਮੰਨੋਗੇ ਤੁਸੀਂ, ਇਸ ਟਾਈਮ ਦੇ ਵਿੱਚ ਸਭ ਤੋਂ ਜ਼ਿਆਦਾ ਪੇਪਰ ਪੁਰਤਗਾਲ ਦੇ ਰਿਹਾ, ਕਿਉਂਕਿ ਪੁਰਤਗਾਲ ਤੋਂ ਬਿਨਾਂ ਯੂਰਪ ਦੀ ਕੋਈ ਵੀ ਕੰਟਰੀ ਪੇਪਰ ਨਹੀਂ ਦਿੰਦੀ ਬਾਈ। ਸਾਰੇ ਮੇਰੇ ਵੀਰ ਜਿੰਨੇ ਹੈਗੇ ਨੇ ਪੁਰਤਗਾਲ ਦੇ ਵਿੱਚ ਆਉਣਾ ਚਾਹੁੰਦੇ ਨੇ। ਕੋਈ ਆਸਟਰੀਆ ਕੰਮ ਕਰਦੇ ਨੂੰ 10-10 ਸਾਲ ਹੋ ਗਏ, ਉਹਨਾਂ ਨੇ ਪੈਸਾ ਵਧੀਆ ਕਮਾ ਲਿਆ ਮੁੰਡਿਆਂ ਨੇ, ਪਰ ਉਹਨਾਂ ਕੋਲ ਪੇਪਰ ਨਹੀਂ ਹੈਗੇ, ਇੰਡੀਆ ਗੇੜਾ ਨਹੀਂ ਲਾ ਸਕਦੇ, ਜ਼ਿੰਦਗੀ ਬਰਬਾਦ ਹੋ ਜਾਂਦੀ ਹੈ। ਬਿਨਾਂ ਪੇਪਰਾਂ ਤੋਂ ਇੱਕ ਗੱਲ ਯਾਦ ਰੱਖਿਓ, ਬਿਨਾਂ ਪੇਪਰਾਂ ਤੋਂ ਤੁਸੀਂ ਕੁਝ ਨਹੀਂ ਹੈਗੇ, ਚਾਹੇ ਜਿਹੜੀ ਮਰਜ਼ੀ ਕੰਟਰੀ 'ਚ ਚੱਲ ਜਾਓ, ਤੁਹਾਡੀ ਜ਼ਿੰਦਗੀ ਨਹੀਂ ਹੈਗੀ। ਜੇ ਤੁਸੀਂ 13 ਸਾਲ ਵੀ ਬੈਲਜੀਅਮ ਫਰਾਂਸ ਦੇ ਵਿੱਚ ਲਾਉਣੇ ਹੋ, ਫਿਰ ਤੁਸੀਂ ਇੰਡੀਆ ਵਾਪਸ ਜਾਂਦੇ ਹੋ, ਤਾਂ ਤੁਸੀਂ ਕਰੋਗੇ ਕੀ ਜਾ ਕੇ ਉੱਥੇ? ਉਹੀ ਕਹਿੰਦਾ 13 ਸਾਲ ਤੁਸੀਂ ਕਮਾ ਲਏ ਪੈਸੇ, ਉਸ ਤੋਂ ਬਾਅਦ ਬੰਦਾ ਸੋਚੀ ਜਾਂਦਾ, ਦਿਮਾਗੀ ਇਹ ਚੀਜ਼ ਹੋ ਜਾਂਦੀ ਹੈ ਕਿ ਨਾ ਮੈਂ ਫਿਰ ਬੰਦਾ ਇੰਡੀਆ 'ਚ ਵੀ ਨਹੀਂ ਰਹਿ ਸਕਦਾ। ਜਿਹੜਾ ਬੰਦਾ 13 ਸਾਲ ਬਾਹਰ ਰਹਿ ਗਿਆ ਉਹ ਇੰਡੀਆ 'ਚ ਕਦੇ ਨਹੀਂ ਰਹਿ ਸਕਦਾ। ਇਸ ਕਰਕੇ ਕਹਿੰਦਾ ਸਭ ਤੋਂ ਵੱਡੀ ਗੱਲ ਪੈਸਾ ਛੱਡ ਕੇ ਪੇਪਰ ਬਣਾਓ, ਕਿਉਂਕਿ ਸਭ ਤੋਂ ਜ਼ਿਆਦਾ ਲੋਕ ਹੁਣ ਪੁਰਤਗਾਲ ਦੇ ਵਿੱਚ ਆ ਰਹੇ ਨੇ ਇਸ ਟਾਈਮ ਦੇ ਵਿੱਚ, ਸਿਰਫ ਪੇਪਰ ਬਣਾਉਣਾ। ਜੇ ਤੁਹਾਨੂੰ ਪੁਰਤਗਾਲ ਪੇਪਰ ਬਣਾ ਕੇ ਦਿੰਦਾ ਹੈ, ਤੁਹਾਨੂੰ ਇੱਥੋਂ ਦਾ ਪਾਸਪੋਰਟ ਦਿੰਦਾ ਹੈ, ਤਾਂ ਤੁਸੀਂ ਜਿੱਥੇ ਮਰਜ਼ੀ ਅਮਰੀਕਾ ਜਾਓ, ਕੈਨੇਡਾ ਜਾਓ, ਜਿੱਥੇ ਮਰਜ਼ੀ ਵਰਕ ਪਰਮਿਟ ਦੇ ਰਿਹਾ ਇਸ ਟਾਈਮ ਦੇ ਵਿੱਚ। ਪੁਰਤਗਾਲ ਨੂੰ ਵਰਕ ਪਰਮਿਟ ਦੇ ਰਿਹਾ ਕੈਨੇਡਾ, ਪਰ ਬਹੁਤ ਬੰਦੇ ਜਾਣਾ ਚਾਹੁੰਦੇ ਨੇ, ਬਹੁਤ ਨਹੀਂ ਜਾਣਾ ਚਾਹੁੰਦੇ ਹਨ। ਤੇ ਅਸੀਂ ਤਾਂ ਜਾਣਾ ਨਹੀਂ, ਕਿਉਂਕਿ ਗੰਦ ਬਹੁਤ ਪਿਆ ਉੱਥੇ, ਆਪਾਂ ਤਾਂ ਕੋਈ ਨਹੀਂ ਜਾਂਦੇ ਹੁੰਦੇ। ਕਿਉਂ ਅਸੀਂ ਬਈ ਡੈਨਮਾਰਕ ਵਰਗੀਆਂ ਕੰਟਰੀਆਂ ਸਾਡੇ ਕੋਲ ਹੈਗੀਆਂ ਨੇ, ਸਵਿਟਜ਼ਰਲੈਂਡ ਵਰਗੀਆਂ ਕੰਟਰੀਆਂ 'ਚੋਂ ਸਾਡਾ ਪਾਸਪੋਰਟ ਆ ਗਿਆ, ਤੇ ਅਸੀਂ ਇੱਥੇ ਕੰਟਰੀ 'ਚ ਆਰਾਮ ਨਾਲ ਕੰਮ ਕਰ ਸਕਦੇ ਹਾਂ। ਜਰਮਨ ਵਗੈਰਾ ਪੇਪਰ ਵੀ ਅਸੀਂ ਚੇਂਜ ਕਰਵਾ ਸਕਦੇ ਹਾਂ ਕਿਸੇ ਵੀ ਕੰਟਰੀ ਦੇ ਵਿੱਚ ਯੂਰਪ ਦੀ 'ਚ, ਪਰ ਅਸੀਂ ਨਹੀਂ ਕਰਵਾਉਣੇ। ਪਾਸਪੋਰਟ ਅਸੀਂ ਪੁਰਤਗਾਲ ਦੀ ਰੱਖਣਾ, ਪਰ ਕੰਮ ਆਪਾਂ ਯੂਰਪ ਦੀਆਂ ਬਹੁਤ ਕੰਟਰੀਆਂ ਨੇ, ਟੌਪ ਦੀਆਂ ਕੰਟਰੀਆਂ ਨੇ ਤੇ ਸੋਹਣੀਆਂ ਕੰਟਰੀਆਂ, ਜਿੱਥੇ ਕੰਮ ਵੀ ਵਧੀਆ ਨੇ ਤੇ ਜ਼ਿੰਦਗੀ ਵੀ ਵਧੀਆ, ਪੂਰੀ ਟੌਪ ਦੀ ਜ਼ਿੰਦਗੀ ਹੈ। ਠੀਕ ਹੈ ਜੀ। ਤਾਂ ਇਸ ਕਰਕੇ ਕਹਿਣਾ, ਜਿੰਨੇ ਮੇਰੇ ਵੀਰ ਆ ਰਹੇ ਨੇ ਬਾਹਰ, ਜਾਂ ਜਿਹੜੇ ਵੀਜ਼ਾ ਲਵਾ ਰਹੇ ਨੇ, ਉਹ ਚੈੱਕ ਰਿਪਬਲਿਕ ਦਾ ਲਵਾਓ, ਚਾਹੇ ਸਪੇਨ ਦਾ ਲਵਾਓ, ਚਾਹੇ ਮਾਲਟਾ ਦਾ ਲਵਾਓ, ਪਰ ਤੁਸੀਂ ਪੁਰਤਗਾਲ ਆ ਕੇ ਇੱਕ ਵਾਰ ਪੇਪਰ ਬਣਾ ਲਓ ਆਪਣੇ। ਥੋੜ੍ਹੀ ਤੁਹਾਨੂੰ ਤੰਗੀ ਜ਼ਰੂਰ ਕੱਟਣੀ ਪੈਣੀ ਹੈ, ਕਿ ਇੱਦਾਂ ਹੋ ਜਾਂਦਾ ਕਿ ਸਾਲ 2 ਸਾਲ ਤੁਹਾਨੂੰ ਤੰਗੀ ਕੱਟਣੀ ਪੈਣੀ ਹੈ। ਕੰਮ ਖੇਤੀ ਦਾ ਕੰਮ ਥੋੜ੍ਹਾ ਔਖਾ ਹੈ। ਹਾਂ, ਕਿਸੇ ਵੀ ਕੰਟਰੀ 'ਚ ਇੰਨਾ ਕੰਮ ਔਖਾ ਨਹੀਂ ਹੈਗਾ, ਜ਼ਿਆਦਾਤਰ ਕੰਮ ਔਖਾ ਹੈਗਾ ਇਟਲੀ ਦੇ ਵਿੱਚ, ਸਪੇਨ 'ਚ ਜਾਂ ਫਿਰ ਪੁਰਤਗਾਲ 'ਚ। ਪੁਰਤਗਾਲ 'ਚ ਥੋੜ੍ਹਾ ਜ਼ਿਆਦਾ ਹੀ ਔਖਾ ਹੈ। ਤੁਹਾਨੂੰ ਪਤਾ ਇਹ ਕੰਟਰੀ ਬਹੁਤ ਨੀਚੇ ਤੋਂ ਉੱਪਰ ਤੱਕ ਉੱਠੀ ਆ, ਹੈ ਨਾ। ਪਹਿਲਾਂ ਬਹੁਤ ਡਾਊਨ ਕੰਟਰੀ ਸੀ, ਜਦੋਂ ਪੇਪਰ ਖੋਲ੍ਹੇ ਨੇ 2007 ਦੀ ਇਮੀਗ੍ਰੇਸ਼ਨ ਖੋਲ੍ਹੀ ਹੈ, ਤਾਂ ਉਸ ਨਾਲ ਇਸ ਨੂੰ ਬਹੁਤ ਆਮਦਨ ਹੋਈ ਹੈ। ਤੇ ਆਪਾਂ ਬਹੁਤ ਜ਼ਿਆਦਾ ਟੈਕਸ ਦਿੰਦੇ ਨੇ ਆਪਣੇ ਬੰਦੇ ਉਰੇ, ਸਭ ਤੋਂ ਵੱਧ ਆਪਣੇ ਬੰਦੇ ਆਏ ਨੇ, ਬ੍ਰਾਜ਼ੀਲ ਦੇ ਬੰਦੇ ਆਏ ਨੇ, ਤੇ ਕਈ ਇੱਥੇ ਪੱਕੀ ਰਹਿਣ ਲੱਗ ਗਏ, ਕਈ ਇੱਥੇ ਪਾਸਪੋਰਟ ਲੈ ਕੇ ਚੱਲ ਗਏ। ਠੀਕ ਹੈ ਨਾ। ਤਾਂ ਪੁਰਤਗਾਲ ਇਸ ਚੀਜ਼ ਦਾ ਬਹੁਤ ਫਾਇਦਾ ਹੋਇਆ, ਟੈਕਸ ਜਾਂਦਾ ਹੈ। ਤਾਂ ਪੁਰਤਗਾਲ ਦੇ ਵਿੱਚ ਆ ਕੇ ਤੁਸੀਂ ਪੇਪਰ ਬਣਾਓ। ਆਮ ਕਰਕੇ ਤੁਸੀਂ ਬਹੁਤ ਸਵਾਲ ਕੀਤੇ ਨੇ, ਤਾਂ ਮੈਂ ਤੁਹਾਨੂੰ ਅਗਲੀ ਨੈਕਸਟ ਵੀਡੀਓ 'ਚ ਸਾਰੇ ਸਵਾਲਾਂ ਦੇ ਜਵਾਬ ਵੀ ਦਊਂਗਾ। ਤੇ ਕਈ ਵੀਰ ਕਹਿੰਦੇ ਨੇ ਵੀ ਯੂਰਪ ਪਾਰਟ ਗੱਲ ਬਣਾ ਬਾਈ ਮੈਂ ਥੋੜ੍ਹਾ ਜਿਹਾ ਬਿਜੀ ਸੀ, ਤੇ ਮੈਂ ਯੂਰਪ ਗੱਲ ਪਾਰਟ ਵੀ ਲੈ ਕੇ ਆਊਂਗਾ ਤੁਹਾਡੇ ਵਾਸਤੇ ਪੱਕਾ। ਤੇ ਬਾਕੀ ਜੇ ਕੁੜੀਆਂ ਕਾੜੀਆਂ ਦਾ ਨਜ਼ਾਰੇ ਪੂਰੀ ਐਂਡ ਗੱਲਬਾਤ ਆ, ਮੈਂ ਤੁਹਾਨੂੰ ਚੋਰੀਆਂ ਦੱਸਦਾ, ਗਾਹਾਂ ਨਾ ਗੱਲ ਕਰਿਓ ਕਿਸੇ ਕੋਲੇ, ਹੈ ਨਾ। ਉਰੇ ਤਾਂ 22-23 ਸਾਲ ਦੀ ਕੁੜੀ ਨੂੰ ਅਕਲ ਨਹੀਂ ਹੁੰਦੀ, 30-35 ਨੇ ਚੱਕੋ ਬੜਾ ਗੱਲਬਾਤ ਐਂਡ ਲੱਗਿਆ ਹੋਇਆ, ਸਾਰਾ ਗੱਲਬਾਤ ਹੋਈ ਪਈ ਆ ਮੇਰੇ ਵੀਰੇ। ਉਹ ਕਹਿੰਦੇ ਖਾ ਲਓ ਡੋਡੇ ਡਾਡੇ, ਉਰੇ ਡੋਡੇ ਵੀ ਮਿਲਦੇ ਨੇ, ਫੀਮ ਵੀ ਮਿਲਦੀ ਆ ਬਾਈ, ਸਾਰਾ ਕੁਛ ਮਿਲਦਾ, ਦਵਾ ਦਾਂਗੇ, ਕੋਈ ਚੱਕਰ ਨਹੀਂ ਹੈਗਾ। ਤੇ ਨਜ਼ਾਰੇ ਲਓ ਹੈਂ ਜ਼ਿੰਦਗੀ ਦੇ। ਤੇ ਬਾਕੀ ਕੁੜੀਆਂ ਕਾੜੀਆਂ ਵਾਧੂ, ਕੁੜੀਆਂ ਕਾੜੀਆਂ ਕਲੱਬਾਂ 'ਚ ਜਾਓ, ਆਮ ਹੀ ਆ ਜਾਂਦੇ ਨੇ ਘਰੇ ਸ਼ਾਮ ਨੂੰ, ਗੋਰੀਆਂ ਹੁੰਦੇ ਨੇ। ਸਭ ਤੋਂ ਵੱਧ ਇਸ ਟਾਈਮ ਪੁਰਤਗਾਲ ਦੇ ਵਿੱਚ ਏਅਰਪੋਰਟ ਭਰਿਆ ਪਿਆ ਟੂਰਿਸਟ ਨਾਲ, ਇੰਨਾ ਕੁ ਟੂਰਿਸਟ ਆਇਆ ਪੁਰਤਗਾਲ ਦੇ ਵਿੱਚ ਕਿ ਪੈਰ ਰੱਖਣ ਨੂੰ ਜਗ੍ਹਾ ਨਹੀਂ ਹੈਗੀ ਏਅਰਪੋਰਟ 'ਤੇ। ਪੈਰ ਰੱਖਣ ਨੂੰ ਏਅਰਪੋਰਟ ਵਾਲੇ ਖੁਦ ਬੌਂਤਲੇ ਫਿਰਦੇ ਨੇ, ਕਿਹੜੀ ਫਲਾਈਟ ਸਾਲੀ ਕਿੱਧਰ ਨੂੰ ਚਾੜੀ, ਇਹ ਨਹੀਂ ਪਤਾ। ਫਲਾਈਟ ਚਾੜਨੀ ਸਪੇਨ ਨੂੰ ਹੁੰਦੀ ਹੈ, ਮੇਰੇ ਸਾਲ ਦੇ ਪਾ ਜਲੰਧਰ ਨੂੰ ਦਿੰਦੇ ਨੇ, ਚਾੜਨੀ ਕਿਤੇ ਮਤਲਬ ਪਤਾ ਹੀ ਨਹੀਂ ਲੱਗਦਾ, ਇੰਨਾ ਟੂਰਿਸਟ ਆਇਆ, ਛੱਡਦੇ ਗੱਲਾਂ। ਕਿਉਂਕਿ 2 ਸਾਲ ਬਾਅਦ ਦੁਨੀਆ ਦੇ ਸੰਗਲ ਖੁੱਲ੍ਹੇ ਨੇ, ਕੋਵਿਡ ਹੋ ਗਿਆ ਸੀ, ਕੋਵਿਡ ਕਰਕੇ ਦੁਨੀਆ ਅੰਦਰ ਸੀ, ਸੰਗਲ ਖੋਲ੍ਹਤੇ ਗੋਰਿਆਂ ਦੇ, ਅਮਰੀਕਾ ਕੈਨੇਡਾ ਵਾਲਿਆਂ ਦੇ, ਯੂਕੇ ਵਾਲਿਆਂ ਦੇ। ਤਾਂ ਆ ਫਿਰਦਾ ਭਰਿਆ, ਜਰਮਨ ਫਰਾਂਸ ਤੋਂ ਆ ਪੁਰਤਗਾਲ ਪੂਰਾ ਭਰਿਆ ਪਿਆ। ਹੁਣ ਇੰਨਾ ਕੁ ਟੂਰਿਸਟ ਆਇਆ, ਜਿਹੜੀ ਮਰਜ਼ੀ ਚੱਕ ਲਓ, ਬਾਂਹ ਫੜ ਕੇ ਚੱਕ ਕੇ ਕਮਰੇ 'ਚ ਲੈ ਜਾਓ, ਇੱਦਾਂ ਦਾ ਕੰਮ ਹੋਇਆ ਪਿਆ। ਤੇ ਹੁਣ ਆਮ ਕਰਕੇ ਤੁਹਾਨੂੰ ਮੈਂ ਦੱਸਦਾ ਵੀ ਆਪਣਾ ਕਲੱਬਾਂ 'ਚ ਜਾਓ, ਗੋਰੀਆਂ ਹੁਣ ਇੰਜੋਏ ਕਰਨ ਆਉਂਦੇ ਨੇ ਯਾਰ, ਗੋਰੀਆਂ ਇੱਥੇ ਇੰਜੋਏ, ਹੈ ਨਾ। ਜਸਟ ਉਹਨਾਂ ਨੂੰ ਕੋਈ ਚੱਕਰ ਨਹੀਂ। ਇਹ ਜਿਹੜੀ ਆਪਣਾ ਸੈਕਸ ਵਗੈਰਾ ਆਪਾਂ ਕਹਿੰਦੇ ਨੇ ਨਾ, ਇੱਕ ਨੋਰਮਲ ਚੀਜ਼ ਆਪਣੇ ਲਈ, ਇਹ ਸਾਡੇ ਲਈ ਨੋਰਮਲ ਹੋ ਗਈ। ਚੱਲ ਤੁਹਾਡੇ ਲਈ ਯਾਰ ਇੰਡੀਆ ਵਾਸਤੇ, ਬੰਦਿਆਂ ਵਾਸਤੇ ਬਹੁਤ ਵੱਡੀ ਚੀਜ਼ ਹੈ ਸੈਕਸ, ਇਹਨਾਂ ਲਈ ਤਾਂ ਨੋਰਮਲ ਹੈ। ਕਰ ਲਿਆ ਤੇ ਪੂੰਝ ਲਿਆ ਤੇ ਗਏ ਭਰਾ, ਗੱਲ ਖਤਮ। ਇਹਨਾਂ ਲਈ ਕੁਛ ਵੀ ਨਹੀਂ ਹੈਗਾ। ਦੂਜੇ ਦਿਨ ਉੱਦਾਂ ਇੰਜੋਏ ਕਰਦੇ ਨੇ ਆਪਣੇ ਆਪ ਨੂੰ, ਹੈ ਨਾ, ਵੀ ਵਧੀਆ ਅਸੀਂ ਠੀਕ ਆ। ਹੁਣ ਗੋਰੀਆਂ ਆਉਂਦੀਆਂ ਨੇ ਉਰੇ, ਕਈਆਂ ਕੋਲ ਹੈ ਨਹੀਂ ਵੀ ਜਿੱਦਾਂ ਨਾਲ ਆਪਣੇ ਘਰ ਵਾਲੇ ਨੂੰ ਲੈ ਕੇ ਆਉਂਦੇ, ਘੁੰਮਣ ਆਉਂਦੇ ਇਕੱਲੀਆਂ, ਉਹਨਾਂ ਲਈ ਵੀ ਹੈ ਨਹੀਂ ਕੋਈ ਇੰਜੋਏ ਕਰਨ ਨੂੰ। ਹੁਣ ਕਲੱਬਾਂ ਜਾਂਦੇ ਨੇ, ਰਾਤ ਨੂੰ ਫੜ ਲੈਂਦੇ ਨੇ ਕਿਸੇ ਨੂੰ, ਫੜ ਕੇ ਬਾਂਹ ਲੈ ਕੇ ਚਲੋ ਜੀ ਅੰਦਰ ਜਾਓ, ਐਂ ਕਰੋ, ਜੋ ਮਰਜ਼ੀ ਕਰੋ, ਹੈ ਨਾ। ਰੱਜੀਆਂ ਹੁੰਦੀਆਂ ਦਾਰੂ ਦੀਆਂ ਉਰੇ। ਹੁਣ ਪੁਰਤਗਾਲ ਦੇ ਵਿੱਚ ਕੋਈ ਮੇਲਾ ਲੱਗਦਾ, ਕੁਛ ਵੀ ਲੱਗਦਾ, ਜਾਂ ਲਸਬੋਆ ਦੇ ਵਿੱਚ, ਹੈ ਨਾ, ਪੁਰਤਗਾਲ ਦੀ ਕੈਪੀਟਲ ਹੈ ਲਸਬੋਆ ਦੇ ਵਿੱਚ, ਕੁਛ ਵੀ ਕੋਈ ਫੰਕਸ਼ਨ ਹੁੰਦਾ, ਗੋਰੇ ਬੀਰਾਂ ਪੀਂਦੇ ਰੱਜੇ ਪਏ ਨੇ ਰਾਤ ਨੂੰ, ਗੋਰੀਆਂ ਕੁੜੀਆਂ ਜਿੱਥੇ ਜੀ ਕਰਦਾ ਉੱਥੇ ਬਾਥਰੂਮ ਕਰ ਦਿੰਦੇ ਨੇ, ਇੱਦਾਂ ਮਤਲਬ ਕਿ ਰੱਜੇ ਯਾਰ, ਪਤਾ ਨਹੀਂ ਲੱਗਦਾ। ਕੋਈ ਰਾਤਾਂ ਨੂੰ ਕਰੀ ਚਲੋ ਜੋ ਮਰਜ਼ੀ, ਤੁਸੀਂ ਤਾਂ ਨਜ਼ਾਰੇ ਲਓਗੇ ਆ ਕੇ ਉਰੇ, ਹੈ ਨਾ। ਪਰ ਥੋੜ੍ਹਾ ਜਿਹਾ ਤੁਹਾਨੂੰ ਪੇਪਰ ਲੈਣੇ ਪੈਣਗੇ, ਲੀਗਲ ਹੋ ਜਾਓ, ਲੀਗਲ ਹੋ ਕੇ ਪੇਪਰ ਲਓ, ਪੇਪਰ ਲੈ ਕੇ ਜਿੰਨੇ ਮਰਜ਼ੀ ਨਜ਼ਾਰੇ ਲਓ। ਮੈਂ ਇਕੱਲੇ ਪੁਰਤਗਾਲ ਦੀ ਗੱਲ ਨਹੀਂ ਕਰਦਾ, ਜਿਹੜੀ ਮਰਜ਼ੀ ਕੰਟਰੀ ਜਾਓ ਤੁਸੀਂ, ਜਰਮਨ ਫਰਾਂਸ, ਭੈਣ ਚੋ ਸ਼ਨੀ ਐਤਵਾਰ ਲੋੜ ਦਨਾਲੀਆਂ ਇੱਦਾਂ
ਜਿਵੇਂ ਮਰਜ਼ੀ ਅੱਗ ਲੱਗੀ ਜੇ ਜ਼ਿਆਦਾ ਅੱਗ ਲੱਗੀ ਪੈਸੇ ਦੇ ਕੇ ਲੈ ਲਓ ਹੋਰ ਕੀ ਫਿਰ ਜੇ ਜ਼ਿਆਦਾ ਅੱਗ ਲੱਗੇ ਪੈਸੇ ਦੇ ਕੇ ਲੈ ਲਓ ਨਹੀਂ ਤਾਂ ਦੂਜੀ ਲੋੜ ਤਾਂ ਹੈਗੀ ਆ ਹੈ ਵਾਧੂ ਹੋ ਜਾਂਦਾ ਕੰਮ ਆਮ ਹੀ ਫਿਰਦਾ ਤੁਰਿਆ ਤੇ ਸਮਾਨ ਉਹ ਨਾ ਟੈਨਸ਼ਨ ਦਿਓ ਕਿਸੇ ਚੀਜ਼ ਦੀ ਜੱਟ ਦਾਂਗੇ ਕੰਮ ਨੂੰ ਲਓ ਜੀ ਜੱਟਾਂ ਨੂੰ ਸਾਰਿਆਂ ਨੂੰ ਖਿੱਚ ਕੇ ਕੰਮ ਨੂੰ ਖਿੱਚ ਕੇ